ਕਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਨ ਨਾਨਕ ਹਰ ਬਾਣੀ ਪਰਹਾਰ ਨਹਿ ਬਚਨ ਸਾਧ ਸੁਖ ਪੰਥਾ ਲਹੰਥਾ ਵਡ ਕਰਮ ਨਹਿ ਰਹੰਤਾ ਜਨਮ ਮਰਣੇਨ ਰਮਨੰ ਨਾਨਕ ਹਰ ਕੀਰਤਨ ਹੈ। ਇਕ ਮਨ ਪੁਰਖ ਨਿਰੰਜਨ ਧਿਆਵਹੁ ਗੁਰ ਪ੍ਰਸਾਦ ਹਰ ਗੁਣ ਸਦ ਗਾਵਹੁ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨ ਹੈ ਕੀ ਆਸਾ ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ। ਸ਼ਲੋਕ ਮਹੱਲਾ ਤੀਜਾ। ਪੜ੍ਹ ਪੜ੍ਹ ਪੰਡਤ ਵਾਦ ਬਖਾਣ ਦੇ ਮਾਇਆ ਮੋਹ ਸੁਆਏ ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨੁ ਕੀਤੇ ਤਿਸੈ ਨਾ ਸੇਵਨੀ ਦੇਦਾ ਰਿਜਕ ਸਮਾਏ ਜਮ ਕਾ ਫਾਹਾ ਗਲਹੋ ਨਾ ਕੱਟੀਐ ਫਿਰ ਫਿਰ ਆਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ ਅਨ ਦਿਨ ਨਾਮ ਧਿਆਏ ਦੇ ਨਾਨਕ ਸੱਚ ਸਮਾਏ ਪੜ੍ਹ ਪੜ੍ਹ ਪੰਡਤ ਵਾਦ ਵਖਾਣ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰਨਾ ਨਿਧਾਨ ਅੰਤਰਜਾਮੀ ਭਗਤ ਵਛਲ ਦੀਨਾ ਬੰਧੂ ਲੋਕ ਪਰਲੋਕ ਦੇ ਰਖਿਅਕ ਵਿਆਹਰਾ ਜਹੂਰ ਹਾਜ਼ਰਾ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨਿੱਘੀ ਗੋਦ ਦਾ ਆਨੰਦ ਲੈ ਰਹੇ ਸਮੂਹ ਸਤਸੰਗੀ ਪ੍ਰੇਮੀ ਪਿਆਰੇ ਜਨੋ, ਜੀਵਨ ਦੇ ਵਿੱਚ ਜਿਸ ਘੜੀ ਜਿਸ ਪਲ ਜਿਸ ਦਿਨ ਜਿਸ ਸਮੇਂ ਜਿਸ ਸੁਬਾਹ ਜਿਸ ਸ਼ਾਮ ਇਹ ਜੀਵ ਆਪਣੇ ਅੰਦਰ ਉਤਰ ਜਾਵੇ। ਬਹੁਤ ਸੁੰਦਰ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਮੁੰਦ
ਬੈਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਮੈਂ ਪਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਸਰੀਰ ਸਰੋਵਰ ਭੀਤਰੇ, ਆਛੈ ਕਵਲ ਅਨੂਪ। ਪਰਮ ਜੋਤ ਪਰਖੋ ਤਮੋ, ਜਾ ਕੈ ਰੇਖ ਨਾ ਰੂਪ। ਗੁਰਬਾਣੀ ਦੇ ਮੁਤਾਬਕ ਅੱਜ ਤੱਕ ਜਿਨ੍ਹਾਂ ਨੂੰ ਪਰਮਾਤਮਾ ਪ੍ਰਾਪਤ ਹੋਇਆ, ਪਰਮਾਤਮਾ ਦਾ ਮਿਲਣਾ, ਪਰਮਾਤਮਾ ਦਾ ਅਨੁਭਵ ਹੋਣਾ, ਪਰਮਾਤਮਾ ਦਾ ਪ੍ਰਤੀਤ ਹੋਣਾ, ਵੈਸੇ ਇਹ ਜੋ ਰੱਬੀ ਵਿਚਾਰ ਹੈ ਨਾ, ਇਹ ਬਹੁਤ ਘੱਟ ਗਿਣਤੀ ਦੇ ਰੂਹਾਂ ਦੇ ਪਕੜ ਦੇ ਵਿੱਚ ਆਉਂਦੀ ਹੈ। ਕਿਉਂਕਿ ਸੰਸਾਰ ਜੋ ਵਿਚਾਰ ਹੈ ਬਹੁਤ ਜਲਦੀ ਜੀਵ ਪਕੜਦਾ, ਕਿਉਂਕਿ ਸੰਸਾਰ ਦੇ ਨਾਲ ਸਾਡੀ ਕਨੈਕਟੀਵਿਟੀ, ਅਸੀਂ ਅੰਦਰੋਂ ਜੁੜੇ ਹੋਏ ਹਾਂ ਸੰਸਾਰ ਦੇ ਨਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰਦੇਵ ਭਗਤ ਬ੍ਰਹਮ ਗਿਆਨੀ ਸੰਤ ਜਨ ਸਾਨੂੰ ਕਹਿ ਰਹੇ ਵੀ ਅੰਦਰੋਂ ਰੱਬ ਨਾਲ ਜੁੜੋ ਤੇ ਬਾਹਰੋਂ ਸੰਸਾਰ ਦੇ ਨਾਲ। ਮੁਖ ਸਿਉ ਬਾਤ ਸਕਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣੇ ਧਰਤਾ। ਪਤਾ ਨਹੀਂ ਪੜ੍ਹਿਆ ਨਹੀਂ ਠੀਕ ਜਾ ਰਿਹਾ, ਪਤਾ ਨਹੀਂ ਪੜ੍ਹਾਇਆ ਨਹੀਂ ਠੀਕ ਜਾ ਰਿਹਾ, ਪਤਾ ਨਹੀਂ ਸਮਝਾਇਆ ਨਹੀਂ ਠੀਕ ਜਾ ਰਿਹਾ। ਇਹ ਕਾਰਨ ਖੁਦ ਹੀ ਮਨੁੱਖ ਸਮਝ ਸਕਦਾ। ਹਕੀਕਤ ਸਾਹਮਣੇ ਇਹ ਹੈ ਵੀ ਅੰਦਰੋਂ ਪੂਰਨ ਤੌਰ 'ਤੇ ਜੁੜੇ ਹੋਏ ਹਾਂ ਸੰਸਾਰ ਦੇ ਨਾਲ, ਤੇ ਇੰਦਰੀਆਂ ਕਰਕੇ ਜਾਂ ਸਰੀਰ ਕਰਕੇ ਜਾਂ ਸਵਾਰਥ ਕਰਕੇ ਜੁੜੇ ਹੋਏ ਹਾਂ ਪਰਮਾਤਮਾ ਪਰਮੇਸ਼ਰ ਦੇ ਨਾਲ। ਪਰ ਜੋ ਬਾਹਰੋਂ ਜੁੜਿਆ ਉਹਨੂੰ ਪਰਮਾਤਮਾ ਦਾ ਪਤਾ ਨਹੀਂ ਕਿ ਪਰਮਾਤਮਾ ਕੀ ਹੈ। ਮੈਂ ਜੋ ਬੇਨਤੀ ਆਪ ਜੀ ਦੇ ਸਨਮੁਖ ਕਰ ਰਿਹਾ, ਖਾਸ ਕਰਕੇ ਉਹਨਾਂ ਪ੍ਰਾਣੀਆਂ ਤੇ ਉਹਨਾਂ ਰੂਹਾਂ ਦੇ ਵਾਸਤੇ ਜਿਹੜੇ ਗੁਰਦੇਵ ਦੇ ਚਰਨਾਂ 'ਚ ਆਉਂਦੇ ਆ ਤੇ ਬਸ ਸੁੰਨ ਹੋ ਜਾਂਦੇ ਆਉਂਦੇ। ਇਹ ਕਿਸੇ ਦੇ ਹੱਥ ਵਸ ਤੁਹਾਡੀ ਜ਼ਿੰਦਗੀ ਦਾ ਪਲੱਗ ਨਹੀਂ, ਤੁਹਾਡੇ ਹੀ ਹੱਥ ਹੈ। ਸੰਸਾਰ ਨਾਲ ਜੋੜੋਗੇ, ਸਾਰੇ ਸੰਸਾਰ ਦੀ ਕਨੈਕਟੀਵਿਟੀ, ਸੰਸਾਰ ਦੀ ਵਿਚਾਰ, ਸੰਸਾਰ ਦੀ ਯਾਦਾਸ਼ਤ, ਪਰਿਵਾਰ ਦੀ ਆਟੋਮੈਟਿਕ ਤੁਹਾਡੇ ਅੰਦਰ ਇੱਕ ਲੰਮੀ ਧਾਰਾ ਵਿਚਾਰ ਦੀ ਚੱਲ ਪਵੇਗੀ। ਜਦੋਂ ਐਸਾ ਸਮਾਂ ਪ੍ਰਾਪਤ ਹੋ ਜਾਵੇ, ਬੜੇ ਆਰਾਮ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੀ ਸਹਿਜਤਾ ਦੇ ਨਾਲ ਸੰਸਾਰ ਦੇ ਨਾਲੋਂ ਕਨੈਕਸ਼ਨ ਤੋੜੋ, ਪਲੱਗ ਕੱਢੋ ਤੇ ਰੱਬ ਨਾਲ ਜੋੜ ਦਿਓ। ਜੋ ਰੱਬ ਦੀ ਸ਼ਕਤੀ, ਰੱਬ ਦੀ ਚੇਤਨ ਸਤਾ, ਰੱਬ ਦੀ ਜਿਹੜੀ ਊਰਜਾ, ਰੱਬ ਦੀ ਜਿਹੜੀ ਐਨਰਜੀ ਹੈ, ਉਹ ਤੁਹਾਡੇ ਰੋਮ ਰੋਮ ਦੇ ਵਿੱਚ ਤੁਸੀਂ ਮਹਿਸੂਸ ਕਰੋਗੇ। ਸੰਸਾਰ ਦਾ ਚੇਤਾ ਕੀਤਾ ਹੋਇਆ ਵੀ ਸੰਸਾਰ ਤੁਹਾਨੂੰ ਯਾਦ ਨਹੀਂ ਆਵੇਗਾ ਜੇ ਤੁਸੀਂ ਸ਼ੁਭ ਹਿਰਦੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੋਗੇ, ਬੜੇ ਪਿਆਰ ਦੇ ਨਾਲ। ਜਿਸ ਤਰ੍ਹਾਂ ਹੁਣ ਸੰਸਾਰ ਚੱਲ ਰਿਹਾ, ਨਿਰੰਕਾਰ ਨਹੀਂ ਚੱਲ ਰਿਹਾ। ਸੰਸਾਰ ਦਿਖ ਰਿਹਾ, ਨਿਰੰਕਾਰ ਨਹੀਂ ਦਿਖ ਰਿਹਾ। ਨਿਰੰਕਾਰ ਦੇ ਨਾਂ 'ਤੇ ਸੰਸਾਰ ਹੀ ਸੁਣਿਆ ਜਾ ਰਿਹਾ, ਨਿਰੰਕਾਰ ਨੂੰ ਨਹੀਂ ਸੁਣਿਆ ਜਾ ਰਿਹਾ। ਪਕੜ ਦੇ ਵਿੱਚ ਸਭ ਕੁਝ ਆ ਰਿਹਾ, ਇੱਕ ਪਰਮਾਤਮਾ ਨੂੰ ਛੱਡ ਕੇ, ਇੱਕ ਪਰਮੇਸ਼ਰ ਨੂੰ ਛੱਡ ਕੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ, ਕਿਉਂਕਿ ਗਾਥਾ ਗੂੜ ਅਪਾਰੰ, ਜਿਸ ਤਰ੍ਹਾਂ ਬਹੁਤ ਵੱਡੇ ਪੱਧਰ 'ਤੇ ਕੋਈ ਦੁਨਿਆਵੀ ਪੜ੍ਹਾਈ ਹੋਵੇ ਨਾ,
ਜੋ ਆਮ ਮਨੁੱਖ ਪੜ੍ਹ ਨਾ ਸਕਦਾ ਹੋਵੇ। ਇਹ ਜਿਹੜੀ ਰੱਬ ਦੀ ਪੜ੍ਹਾਈ ਹੈ ਨਾ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਉਹਦਾ ਕਾਰਨ ਕਿ ਆਪਣਾ ਆਪ ਕੁਰਬਾਨ ਕਰਨਾ ਪੈਂਦਾ, ਆਪਣਾ ਆਪ ਛੱਡਣਾ ਪੈਂਦਾ, ਨਿਸ਼ਾਵਰ ਕਰਨਾ ਪੈਂਦਾ। ਰੱਬ ਦੇ ਦਰਵਾਜ਼ੇ 'ਚ ਅੰਦਰ ਦਾਖਲ ਹੋਣ ਤੋਂ ਪਹਿਲਾਂ ਦੁਆਰਪਾਲ, ਪਹਿਰੇਦਾਰ ਇਸ ਨੂੰ ਰੋਕਦੇ। ਰੋਕ ਕੇ ਇਸ ਨੂੰ ਪਤਾ ਕੀ ਕਹਿੰਦੇ? ਕਹਿੰਦੇ ਪਹਿਲਾਂ ਮਰਨ ਕਬੂਲ। ਤੂੰ ਸੰਸਾਰ ਨੂੰ ਨਾਲ ਲੈ ਕੇ ਅੰਦਰ ਤਾਂ ਨਹੀਂ ਆ ਰਿਹਾ, ਤੂੰ ਆਪਣਾ ਆਪ ਹੀ ਅੰਦਰ ਲੈ ਕੇ ਆ ਰਿਹਾ ਕਿ ਸਭ ਕੁਝ ਨਾਲ ਹੀ ਹੈ। ਸੰਸਾਰ, ਪਰਿਵਾਰ, ਕਾਰੋਬਾਰ, ਤੇਰਾ ਗਿਆਨ, ਤੇਰਾ ਧਿਆਨ, ਤੇਰੀ ਪੜ੍ਹਾਈ, ਤੇਰੀ ਪਹਿਚਾਨ, ਸਭ ਕੁਝ ਨਾਲ ਹੀ ਆ ਰਹੀ ਹੈ ਨਾ। ਕਹਿੰਦੇ ਇਸ ਨੂੰ ਬਾਹਰ ਛੱਡ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ। ਕਿਉਂਕਿ ਜਦੋਂ ਸਵਾਸ ਖਤਮ ਹੋ ਜਾਂਦੇ ਆ, ਮੌਤ ਹੋ ਜਾਂਦੀ ਜਿਸ ਨੂੰ ਅਸੀਂ ਕਹਿੰਦੇ ਹਾਂ, ਫਿਰ ਤਾਂ ਨਹੀਂ ਕੋਈ ਯਾਦ ਰਹਿੰਦਾ, ਕੁਝ ਆਪਣਾ ਪਰਾਇਆ ਤਾਂ ਨਹੀਂ ਰਹਿੰਦਾ। ਬਹੁਤ ਸੁੰਦਰ ਬਚਨ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਹਨ ਕਿ ਪਹਿਲਾਂ ਆਪਣੇ ਆਪ ਨੂੰ ਦੇਖੀਏ ਕੀ ਹੈ। ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਣੈ ਗੋਬਿੰਦ ਨਾਮੰ ਨਹਿ ਸਮਰੰਤ ਅਗਿਆਨੀ ਜਾਨੰਤ ਅਸਤਰੰ ਦੁਰਲਭ ਦੇ ਉਦਰੰਤ ਸਾਧ ਸਰ ਨਾਨਕ ਹਰ 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 ਹਰੇ ਜਪੰਤ। ਮੈਂ ਜੋ ਬੇਨਤੀ ਕੀਤੀ ਵੀ ਪਰਮੇਸ਼ਰ ਨੂੰ ਜਿੰਨਾ ਚਿਰ ਅਸੀਂ ਸਮਝਿਆ ਹੀ ਨਹੀਂ ਤੇ ਕੀ ਮਿਲਾਂਗੇ ਪਰਮੇਸ਼ਰ ਨੂੰ। ਬੰਦੇ ਦਾ ਨਾ ਨਾਮ ਹੈ, ਨਾ ਐਡਰੈਸ ਹੈ, ਨਾ ਉਹ ਨਰ ਹੈ ਕਿ ਮਾਦਾ ਹੈ, ਕੁਛ ਨਹੀਂ ਪਤਾ, ਪਰ ਮਿਲਣਾ ਹੈ ਉਸ ਨੂੰ। ਹੁਣ ਸਿਆਣਾ ਕਹੇਗਾ ਜਿਸ ਨੂੰ ਮਿਲਣ ਤੁਰਿਆ ਉਹਦਾ ਕੋਈ ਐਡਰੈਸ, ਉਹਦਾ ਕੋਈ ਨਾਮ, ਉਹਦਾ ਕੋਈ ਥੋ, ਉਹਦਾ ਕੁਛ ਪਤਾ। ਇਵੇਂ ਪ੍ਰਤੀਤ ਹੁੰਦਾ ਕਿ ਰੱਬ ਚਾਹੀਦਾ ਸਾਰਿਆਂ ਨੂੰ ਆ, ਪਰ ਰੱਬ ਦਾ ਪਤਾ ਸਾਰਿਆਂ ਨੂੰ ਨਹੀਂ, ਪਤਾ ਕਰਨਾ ਵੀ ਨਹੀਂ ਚਾਹੁੰਦੇ। ਜੇ ਰੱਬ ਦਾ ਪਤਾ, ਜੇ ਰੱਬ ਦੀ ਪੂਜਾ, ਜੇ ਰੱਬ ਦਾ ਕੀਰਤਨ ਤੇ ਰੱਬ ਦੀ ਕਥਾ ਆਪਣੀ ਹੀ ਕਥਾ ਹੈ, ਆਪਣੀ ਹੀ ਵਿਦਵਾਨੀ ਹੈ, ਆਪਣੀ ਹੀ ਪੜ੍ਹਾਈ ਦਾ ਇਜ਼ਹਾਰ ਹੈ, ਆਪਣੀ ਹੀ ਹੋਂਦ ਦੀ ਪ੍ਰਦਰਸ਼ਨੀ ਹੈ, ਪਰਮਾਤਮਾ ਦੀ ਨਹੀਂ। ਇਸੇ ਕਰਕੇ ਪਰਮਾਤਮਾ ਪਕੜ ਦੇ ਵਿੱਚ ਨਹੀਂ ਆ ਰਿਹਾ। ਪਹਿਲਾਂ ਇਹ ਤਾਂ ਪਤਾ ਲੱਗੇ ਵੀ ਪਰਮਾਤਮਾ ਹੈ ਕੀ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਚੱਲ ਰਹੇ ਆ। ਇਹ ਜੋ ਸ਼ਲੋਕ ਦਾ ਜਾਪ ਆਪ ਸੰਗਤਾਂ ਨੇ ਸਰਵਣ ਕੀਤਾ ਹੈ, 1249 ਅੰਗ ਤੇ ਸਾਰੰਗ ਦੀ ਵਾਰ ਰਸਨਾ ਹੈ ਗੁਰੂ ਅਮਰਦਾਸ ਮਹਾਰਾਜ ਦੀ। ਹੁਣ ਜੋ ਮੈਂ ਆਪ ਜੀ ਦੇ ਸਨਮੁਖ ਵਿਚਾਰ ਰੱਖੀ, ਇਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬਿਨੈ ਕੀਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਧਿਆਨ ਨਾਲ ਸੁਣਨਾ। ਘਰੈ ਅੰਦਰ ਸਭ ਬਤ ਹੈ। ਇਹ ਤਾਂ ਆਪਾਂ ਪੜ੍ਹਦੇ ਨਾ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅਸੀਂ ਪੜ੍ਹਦੇ ਸਭ ਮੈਂ ਜੋਤ ਜੋਤ ਹੈ ਸੋਏ। ਆਪਣੇ ਆਪ ਨੂੰ ਬੜੇ ਪਿਆਰ ਨਾਲ ਪੁੱਛਿਓ ਕਿ ਕਦੀ ਟੋਲ ਸ਼ੁਰੂ ਕੀਤੀ ਹੈ, ਕਦੀ ਖੋਜ ਸ਼ੁਰੂ ਕੀਤੀ ਹੈ। ਤੁਸੀਂ ਕਹੋਗੇ ਕਿਸ ਚੀਜ਼ ਦੀ? ਜੋ ਪੜ੍ਹਿਆ ਤੇ ਸਾਰਿਆਂ 'ਚ ਰੱਬ ਆ। ਕਦੀ ਦੇਖਣ ਦੀ ਕੋਸ਼ਿਸ਼, ਚਲੋ ਕਿਸੇ ਦੇ ਘਰ ਦੀ ਤਲਾਸ਼ੀ ਜਾਂ ਕਿਸੇ ਮਹੱਲੇ ਦੀ ਤਲਾਸ਼ੀ ਜਾਂ ਕਿਸੇ ਫੈਕਟਰੀ ਜਾਂ ਕਿਸੇ ਦੇਸ਼ ਦੀ ਕੋਈ ਇਨਕੁਆਰੀ ਤਾਂ ਔਖੀ ਹੋ ਸਕਦੀ ਹੈ। ਤੇ ਜਿਹੜਾ ਘਰ ਪਰਮਾਤਮਾ ਨੇ ਇਸ ਜੀਵ ਨੂੰ ਦਿੱਤਾ, ਜੇ ਪਰਮਾਤਮਾ ਨੇ ਕਿਹਾ ਵੀ ਇਸੇ ਘਰ ਦੇ ਵਿੱਚ ਮੇਰਾ ਵਾਸਾ, ਮੈਂ ਮੌਜੂਦ ਹਾਂ, ਤੇ ਫਿਰ ਵੀ ਬੰਦਾ ਕੋਸ਼ਿਸ਼ ਨਾ ਕਰੇ ਲੱਭਣ ਦੀ, ਫਿਰ ਤਾਂ ਜੋ ਇਰਾਦਾ ਸਪਸ਼ਟ ਆ ਨਾ,
ਵੀ ਉਹਦੀ ਜ਼ਰੂਰਤ ਨਹੀਂ ਹੈ। ਕਿਉਂਕਿ ਜਿਸ ਦੀ ਜ਼ਰੂਰਤ ਨਹੀਂ ਹੁੰਦੀ ਉਹ ਘਰ ਦੇ ਵਿੱਚ ਉਮਰਾਂ ਭਰ ਉਹ ਸਮਾਨ ਪਿਆ ਰਹਿੰਦਾ, ਬਾਬਿਆਂ ਦਾਦਿਆਂ ਦੇ ਸਮੇਂ ਦਾ ਪਿਆ, ਕਿ ਜ਼ਰੂਰਤ ਹੀ ਨਹੀਂ ਪਈ। ਕਿਸੇ ਐਸਾ ਤਾਂ ਨਹੀਂ ਕਿ ਸਾਡੇ ਸਰੀਰ 'ਚ ਪਰਮਾਤਮਾ ਦੀ ਅੰਸ਼ ਹੈ, ਪਰਮੇਸ਼ਰ ਦੀ ਹੋਂਦ ਹੈ। ਧਾਰਮਿਕ ਗ੍ਰੰਥਾਂ ਦਾ ਕਥਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫੈਸਲਾ, ਫੇਰ ਨਾ ਇਸ ਜੀਵ ਨੂੰ ਲੱਭੇ। ਫਿਰ ਤਾਂ ਇਹੀ ਮੰਨਣਾ ਪਊਗਾ ਵੀ ਇਸ ਨੇ ਜ਼ਰੂਰਤ ਹੀ ਨਹੀਂ ਸਮਝੀ। ਪਾਣੀ ਦੀ ਜ਼ਰੂਰਤ ਹੈ, ਅਤੀ ਜ਼ਰੂਰਤ ਹੈ। ਕਿਸੇ ਵੀ ਕੀਮਤ 'ਤੇ ਪਾਣੀ ਪੈਦਾ ਕਰਦੇ ਨਾ। ਜਿਉਣ ਵਾਸਤੇ ਸਵਾਸਾਂ ਦੀ ਜ਼ਰੂਰਤ ਹੈ, ਕਿਸੇ ਵੀ ਕੀਮਤ 'ਤੇ ਸਵਾਸਾਂ ਨੂੰ ਚੱਲਦਾ ਰੱਖਦੇ ਨਾ। ਕੁਛ ਵੀ ਕਰਨਾ ਪੈ ਜਾਵੇ ਵੀ ਸਾਹ ਆਉਣਾ ਚਾਹੀਦਾ। ਸਮਝ ਗਏ ਨਾ? ਫਿਰ ਤਾਂ ਮੰਨਣਾ ਹੀ ਪੈਣਾ ਵੀ ਪਰਮਾਤਮਾ ਦੀ ਜ਼ਰੂਰਤ ਨਹੀਂ। ਇਹ ਵੀ ਸਮਾਂ ਆਏ ਤੇ ਸਿਮਰਨ ਹੈ, ਸਮਾਂ ਆਏ ਤੇ ਨਿਤਨੇਮ ਹੈ, ਸਮਾਂ ਮਿਲ ਗਿਆ ਤੇ ਕਥਾ ਕੀਰਤਨ ਸਤ ਸੰਗਤ ਦਰਸ਼ਨ, ਸਮਾਂ ਆਏ ਤੇ ਜ਼ਰੂਰਤ ਨਹੀਂ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ, ਘਰੈ ਅੰਦਰ ਸਭ ਬਤ ਹੈ, ਕਹਿੰਦੇ ਬਾਹਰ ਕਿਛ ਨਾਹੀ, ਗੁਰ ਕਿਰਪਾ ਤੇ ਪਾਈਐ ਅੰਤਰ ਕਪਟ ਖਲਾਈ। ਕਹਿੰਦੇ ਗੁਰੂ ਦੇ ਹੱਥ 'ਚ ਚਾਬੀ ਹੈ। ਗੁਰ ਕੁੰਜੀ ਪਾਹੋ ਨਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਹੁਣ ਪਹਿਲਾਂ ਤਾਂ ਮਹਿਸੂਸੇ ਨਹੀਂ ਕਰਦੇ ਵੀ ਅੰਦਰ ਤਾਲਾ ਹੈ। ਜਿੱਥੇ ਪਰਮਾਤਮਾ ਬੈਠਾ ਉਸ ਕੋਠੜੀ ਨੂੰ ਜਾਂਦਾ ਹੈ ਤੇ ਵਾਕਿਆ ਕੋਠੜੀ ਉਹ ਅੰਦਰ ਹੈ। ਕੋਠੜੇ ਮੈਂ ਕੋਠੜੀ ਪਰਮ ਕੋਟੀ ਵਿਚਾਰ, ਅੰਦਰ ਕੋਠੜੀ ਹੈ ਜਿੱਥੇ ਰੱਬ ਬੈਠਾ। ਮੰਨਣ ਵਾਸਤੇ ਰਾਜੀ ਨਹੀਂ, ਕਿਉਂਕਿ ਪਕੜ ਦੇ ਵਿੱਚ ਨਹੀਂ ਆਉਣਾ। ਕਿਉਂਕਿ ਸੰਸਾਰ ਤਾਂ ਦਿਖ ਰਿਹਾ, ਕਿਉਂਕਿ ਸੰਸਾਰ ਦੀ ਜ਼ਰੂਰਤ ਹੈ ਤੇ ਸੰਸਾਰ ਦੀ ਪ੍ਰਾਪਤੀ ਹੋ ਜਾਂਦੀ ਹੈ, ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਤਰ੍ਹਾਂ ਮੈਂ ਨਾਮ ਲਿਆ, ਪਾਣੀ ਦੀ ਜ਼ਰੂਰਤ, ਸਵਾਸਾਂ ਦੀ ਜ਼ਰੂਰਤ, ਕੱਪੜੇ ਦੀ ਜ਼ਰੂਰਤ, ਮਕਾਨ ਦੀ ਜ਼ਰੂਰਤ, ਧਨ ਦੌਲਤ ਦੀ ਜ਼ਰੂਰਤ, ਨੀਂਦ ਦੀ ਜ਼ਰੂਰਤ, ਪ੍ਰਸ਼ਾਦੇ ਦੀ ਜ਼ਰੂਰਤ, ਤੇ ਤੁਸੀਂ ਪੂਰੀ ਕਰਦੇ ਆ। ਕਿਸੇ ਨੂੰ ਨਹੀਂ ਪੁੱਛਦੇ ਵੀ ਪ੍ਰਸ਼ਾਦੇ ਦਾ ਪ੍ਰਬੰਧ ਮੇਰੀ ਜ਼ਿੰਦਗੀ 'ਚ ਕਿਵੇਂ ਹੋਊਗਾ, ਪੁੱਛਦੇ ਕਿਸੇ ਨੂੰ ਨਹੀਂ। ਵਾਸਤਵ ਦੇ ਵਿੱਚ ਪਰਮਾਤਮਾ ਦੀ ਜ਼ਰੂਰਤ ਜੀਵ ਮਹਿਸੂਸ ਹੀ ਨਹੀਂ ਕਰਦਾ। ਜਿਨ੍ਹਾਂ ਨੇ ਪਰਮਾਤਮਾ ਦਾ ਗਿਆਨ ਪ੍ਰਾਪਤ ਕੀਤਾ, ਫਿਰ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉਸੇ ਜੀਵਨ ਲਾਤਾ, ਪੂਰਨ ਤੌਰ 'ਤੇ ਸਮਰਪਣ ਹੋ ਗਏ। ਪਹਿਲਾਂ ਮਰਨ ਕਬੂਲ, ਕਹਿੰਦੇ ਮਰ ਜੀਵੜਿਆਂ ਦਾ ਮਰ ਗਿਆ, ਮਰਨ ਵਾਸਤੇ ਤਿਆਰ ਆ। ਕਹਿੰਦੇ ਮੈਂ ਤਾਂ ਜ਼ਿੰਦਗੀ ਲੈਣ ਵਾਸਤੇ ਆਇਆ, ਵੀ 4 ਕੁ ਦਿਨ ਜ਼ਿੰਦਗੀ ਦੇ ਸੰਸਾਰ 'ਚ ਹੋਰ ਰਹਿ ਲਊਂਗਾ। ਵੀ ਡਾਕਟਰਾਂ ਨੇ ਜਵਾਬ ਦਿੱਤਾ ਤੇ ਕੁਛ ਬਿਮਾਰੀ ਸਰੀਰ 'ਚ ਐਸੀ ਹੈ ਤੇ ਮੈਨੂੰ ਪ੍ਰਤੀਤ ਹੁੰਦਾ ਵੀ ਮੈਂ ਥੋੜ੍ਹੇ ਦਿਨ ਰਹਿਣਾ। ਮੈਨੂੰ ਤਾਂ ਇਹ ਪਤਾ ਲੱਗਾ ਵੀ ਮੰਦਰ, ਮਸਜਿਦ, ਗਿਰਜਾ ਘਰ, ਗੁਰਦੁਆਰੇ ਸਾਹਿਬਾਂ 'ਚ ਜੀਵਨ ਮਿਲ ਜਾਂਦਾ, ਜ਼ਿੰਦਗੀ ਮਿਲ ਜਾਂਦੀ ਹੈ, ਸੰਸਾਰ ਦੇ ਪਦਾਰਥ ਮਿਲ ਜਾਂਦੇ ਆ। ਮੈਂ ਤਾਂ ਇਸ ਕਰਕੇ ਆਇਆ। ਤੁਸੀਂ ਮੈਨੂੰ ਕੀ ਆਖ ਰਹੇ ਹੋ ਕਿ ਮਰਨ ਵਾਸਤੇ ਤਿਆਰ ਹੈ? ਮੈਂ ਇੱਥੇ ਮਰਨ ਵਾਸਤੇ ਥੋੜ੍ਹੋ ਆਇਆ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ ਵੀ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਮੇਰੇ ਕੋਲ ਤਾਂ ਆਇਓ ਤੇ ਜੇ ਮਰਨੇ ਕੀ ਚਿੰਤਾ ਨਹੀਂ, जीवन की नहीं आस। तन मन तन सब सौंप गुर को, हुको मन्या पाइयै। तू तां मन रे कौन कमत तै लीनी, पर दारा निंदिया रस रचियो, राम भगत नह कीनी। जिथे गल्लां दा रस है, निंदा दा रस है, हौमे दा रस है, उत्थे नाम दा रस किथे?
ਉੱਥੇ ਕਥਾ ਦਾ ਰਸ ਕਿੱਥੇ, ਉੱਥੇ ਕੀਰਤਨ ਦਾ ਰਸ ਕਿੱਥੇ, ਉੱਥੇ ਗੁਰਬਾਣੀ ਤੇ ਸਿਮਰਨ ਦਾ ਰਸ ਕਿੱਥੇ। ਇਹ ਤਾਂ ਹੋਏ ਨਿਰਸ ਸੋ ਰਸ ਪਹਿਚਾਨਿਆ। ਪਹਿਲਾਂ ਹੋਏ ਨਿਰਸ, ਫਿਰ ਉਸ ਰਸ ਦੀ ਪਹਿਚਾਨ ਆਵੇਗੀ, ਉਦੋਂ ਪਹਿਲਾਂ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਹੈ ਜੀਵ, ਜਿਸ ਦਾ ਤੂੰ ਹੰਕਾਰ ਕਰਦਾ, ਫੁੱਲਿਆ ਫਿਰਦਾ, ਤੈਨੂੰ ਪਤਾ ਇਹ ਬੋਡੀ ਕੀ ਹੈ? ਇਸ ਬੋਡੀ ਦਾ ਆਸਰਾ ਕਿਸ ਚੀਜ਼ ਦਾ ਦਿੱਤਾ? ਪਰਮਾਤਮਾ ਨੇ। ਇਹ ਕਿਸ ਦੇ ਆਸਰੇ ਤੁਰੀ ਫਿਰਦੀ ਹੈ? ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ। ਕਹਿੰਦੇ ਕਾਚ ਕੋਟੰ, ਇਹ ਕੱਚ ਦੇ ਬਰਤਨ ਦੀ ਤਰ੍ਹਾਂ ਹੈ ਸਰੀਰ। ਰਚੰਤ ਤੋਯੰ, ਰਚਨਾ ਕਿਹਨੇ ਕੀਤੀ? ਪਰਮੇਸ਼ਰ ਨੇ। ਲੇਪਨੰ ਰਕਤ ਚਰਮਨੈ, ਸਭ ਕੁਛ ਬਣਾ ਕੇ ਤੇ ਚਮਦਾ ਪੜਦਾ ਉੱਤੇ ਪਾਤਾ। ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰਗ ਅਸਥੰਭਣੈ। ਬਾਏ ਕਹਿੰਦੇ ਹਵਾ, ਕਹਿੰਦੇ ਇਸ ਨੂੰ ਹਵਾ ਦਾ ਆਸਰਾ ਦਿੱਤਾ। ਇਹ ਹਵਾ ਦੇ ਆਸਰੇ ਹੈ। ਆਪਾਂ ਮੰਨਦੇ ਨਾ ਕਿ ਸਾਡੀ ਜ਼ਿੰਦਗੀ ਇੱਕ ਸਵਾਸ 'ਤੇ ਖੜੀ ਹੈ। ਹਵਾ ਆ ਗਈ, ਅੰਦਰ ਚਲ ਗਈ ਤੇ ਜੀਵਤ ਆ, ਨਹੀਂ ਆਈ ਤੇ ਖੇਡ ਖਤਮ ਹੈ। ਗੰਢਿੰਦਿਆਂ ਛਿਹਮਾਂ ਤੜਨਦਿਆਂ ਇੱਕ ਖਿਨੋ। ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ, ਜੋ ਦਿਨ ਆਵ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਭਗਤ ਰਵਿਦਾਸ ਜੀ ਦੇ ਐਨੇ ਸਪਸ਼ਟ ਬੋਲ। ਵੇ ਤੂੰ ਕੀ ਮੰਨ ਲਿਆ ਇਸ ਜ਼ਿੰਦਗੀ ਨੂੰ? ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਨੈ, ਨਵੰਤ ਦੁਆਰੰਗ ਨੌ ਗੋਲਕਾਂ। ਨੌ ਦੁਆਰੇ ਇਹਦੇ ਖੁੱਲ੍ਹੇ ਆ। 10ਵਾਂ ਗੁਪਤ ਜਿੱਥੇ ਰੱਬ ਬੈਠਾ। ਭੀਤ ਰਹਿਤੰ, ਇਸ ਸਰੀਰ ਦੇ ਵਿੱਚ ਬੈਠਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਖੁਦ ਮਖੁਦ। ਬਾਏ ਰੂਪੰ ਅਸਥੰਭਣੈ, ਇੱਕ ਹਵਾ ਦੀ ਥੰਮੀ। ਹੁਣ ਹਵਾ ਦੇ ਆਸਰੇ ਕੋਈ ਚੀਜ਼ ਟਿਕੀ ਹੋਈ ਦੇਖੀ ਹੈ? ਤੇ ਸਰੀਰ ਟਿਕਿਆ ਹੋਇਆ। ਇਹ ਕਾਹਦੇ ਵਾਸਤੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ? ਕਹਿੰਦੇ ਗੋਬਿੰਦ ਨਾਮੰ, ਪਰਮਾਤਮਾ ਦਾ ਨਾਮ, ਨੈ ਸਿਮਰੰਤ, ਕਹਿੰਦੇ ਸਿਮਰਨ ਵਾਸਤੇ ਰਾਜੀ ਨਹੀਂ, ਰੱਬ ਨੂੰ ਮਿਲਣ ਵਾਸਤੇ ਰਾਜੀ ਨਹੀਂ, ਪਰਮਾਤਮਾ ਦੀ ਜਾਣਕਾਰੀ ਤੇ ਪਰਮਾਤਮਾ ਨੂੰ ਮਿਲਣ ਵਾਸਤੇ ਰਾਜੀ ਨਹੀਂ। ਗੋਬਿੰਦ ਨਾਮ ਨੈ ਸਿਮਰੰਤ, ਅਗਿਆਨੀ ਜਾਣੰਤ ਆਸਥਰੇਂ। ਕਹਿੰਦੇ ਇਹ ਕਹਿੰਦਾ ਵੀ ਮੈਂ ਕਿਹੜਾ ਜਾਣਾ? ਨਿਰੰਕਾਰ ਦਾ ਕੋਈ ਥੋ ਪਤੇ ਦੀ ਜ਼ਰੂਰਤ ਨਹੀਂ, ਕਿਉਂਕਿ ਸੰਸਾਰ ਦੀ ਯਾਦਦਾਸ਼ਤ ਹੈ। ਨਿਰੰਕਾਰ ਨਾਲ ਜੁੜਨ ਦੀ ਜ਼ਰੂਰਤ ਨਹੀਂ, ਕਿਉਂਕਿ ਸੰਸਾਰ ਨਾਲ ਜੁੜੇ ਹੋਏ ਹਾਂ। ਨਿਰੰਕਾਰ ਸੱਚ ਹੈ ਕਿ ਕੀ ਹੈ ਕੋਈ ਪਤਾ ਨਹੀਂ, ਤੇ ਮੈਨੂੰ ਦਿਖ ਰਿਹਾ ਕਿ ਸੰਸਾਰ ਸੱਚ ਹੈ। ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਨੰਤ ਆਸਤਰਿੰ। ਗੁਰਦੇਵ ਜੀ ਕਹਿੰਦੇ ਦੁਰਲਭ ਦੇ, ਤੈਨੂੰ ਕਿੰਨੀ ਸੋਹਣੀ ਇਹ ਸ਼ਕਲ ਸੂਰਤ ਮਨੁੱਖ ਦੇ ਹੀ 84 ਲੱਖ ਜੂਨਾਂ ਦੀ ਸਰਦਾਰੀ ਤੈਨੂੰ ਰੱਬ ਨੇ ਦਿੱਤੀ। ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ, ਇਹਦਾ ਲਾਹਾ ਲੈ ਲਾ, ਇਹਦਾ ਫਾਇਦਾ ਉਠਾ ਲਾ। ਅਕਾਲ ਪੁਰਖ ਪਰਮਾਤਮਾ ਦੀ ਜਾਣਕਾਰੀ, ਪਰਮਾਤਮਾ 'ਚ ਤੂੰ ਅਭੇਦ ਹੋ ਸਕਦਾ, ਉਸ ਦਾ ਰੂਪ ਹੋ ਸਕਦਾ। ਦੁਰਲਭ ਦੇ ਉਦਰੰਤ ਸਾਧ ਸਰਨ ਨਾਨਕ। ਕਿਵੇਂ ਮਹਾਰਾਜ? ਹਰ 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 ਹਰੇ ਜਪੰਤ। ਮਨ ਕਰਕੇ, ਵਚ ਕਰਮ ਕਰਕੇ, ਬਾਣੀ ਕਰਕੇ, ਰੋਮ ਰੋਮ ਕਰਕੇ, ਹੈ ਹੀ ਖੁਦ ਖੁਦਾ ਪਰਮਾਤਮਾ ਹੈ। ਪਰਮਾਤਮਾ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ। ਇਹ ਆਪੇ ਹਰ ਇੱਕ ਰੰਗ ਹੈ।
ਆਪੇ ਬਹੁ ਰੰਗੀ। ਇਹ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਉਹ ਆਪ ਰਸੀਆ, ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ। ਇਹ ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆਪ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ। ਹੁਣ ਧਾਰਮਿਕ ਗ੍ਰੰਥ ਜਾਂ ਧਰਮ ਦੇ ਵਿੱਚ ਦਾਖਲਾ, ਧਰਮ ਦੇ ਨਿਯਮਾਂ ਦੀ ਪਾਲਣਾ ਕਰਨੀ, ਧਾਰਮਿਕ ਅਸਥਾਨਾਂ 'ਤੇ ਆਉਣਾ ਸੀ ਪਰਮਾਤਮਾ ਨੂੰ ਪੜ੍ਹਨ ਵਾਸਤੇ, ਪਰਮਾਤਮਾ ਨੂੰ ਜਾਣਨ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ 'ਚ ਅਭੇਦ ਹੋਣ ਵਾਸਤੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੈ ਜੀਵ ਤੂੰ ਗ੍ਰੰਥ ਤਾਂ ਬਹੁਤ ਪੜ੍ਹ ਲਏ ਤੇ ਵੱਡਾ ਵਿਦਵਾਨ ਤੂੰ ਬਣ ਗਿਆ। ਰਾਵਣ ਨੂੰ ਜਵਾਨੀ ਕੰਠ ਸਨ ਚਾਰੇ ਵੇਦ, ਕੀ ਕੁਝ ਪ੍ਰਾਪਤ ਕੀਤਾ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਨਚ ਦੁਰਲਭੰ ਵਿਦਿਆ ਪਰਵੀਨੰ, ਨਚ ਦੁਰਲਭੰ ਚਤਰ ਚੰਚਲੈ। ਕਹਿੰਦੇ ਕੋਈ ਵੱਡੀ ਗੱਲ ਨਹੀਂ, ਜਿੰਨੇ ਵੀ ਗ੍ਰੰਥ ਧਰਤੀ ਤੇ ਸਾਰੇ ਤੈਨੂੰ ਕੰਠਸਥ ਹੋ ਜਾਣ, ਸਾਰੇ ਗ੍ਰੰਥਾਂ ਦਾ ਸਾਰ ਤੱਤ ਨਿਚੋੜ ਰੱਬ ਦਾ ਤੈਨੂੰ ਇੱਕ ਮਾਤਰ ਵੀ ਗਿਆਨ ਨਾ ਹੋਵੇ, ਉਹ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀ ਕਰੇਗਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵੇਕਾਰ, ਹਉਮੈ ਵਿੱਚ ਸਭ ਪੜ੍ਹ ਥਕੇ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਜੇਤਾ ਪੜ੍ਹਿਆ ਤੇਤਾ ਕੜਿਆ। ਇਹ ਸਤਿਗੁਰਾਂ ਦੇ ਬਚਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਚਨਾ, ਸ਼ਲੋਕ ਮਹੱਲਾ ਤੀਜਾ। ਪੜ੍ਹ ਪੜ੍ਹ ਪੰਡਤ ਵਾਦ ਬਖਾਣ ਦੇ। ਕਹਿੰਦੇ ਮੰਨਦੇ ਆ ਕਿ ਇਸ ਨੇ ਗ੍ਰੰਥ ਪੜ੍ਹੇ, ਬੜਾ ਸਮਾਂ ਲਾਇਆ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਕਹਿੰਦੇ ਆਹ ਹਾਲਤ। ਪੜ੍ਹ ਪੜ੍ਹ ਪੰਡਤ, ਵੱਡੇ ਵਿਦਵਾਨ ਗੰਧਰਵ, ਕਾਹਦੇ ਵਾਸਤੇ? ਵਾਦ ਬਖਾਣ ਦੇ। ਵਾਦ ਪਤਾ ਕੀ ਹੁੰਦਾ? ਤਰਕ, ਲੜਾਈ, ਝਗੜਾ। ਪੜ੍ਹੀ ਹੋਈ ਵਿਦਿਆ ਦਾ ਵੱਡਾ ਹੰਕਾਰ। ਪਰ ਮਹਾਰਾਜ ਜੀ ਕਹਿੰਦੇ ਵਾਦ ਵਿਵਾਦ ਕਾਹੂ ਸਿਉ ਨਹੀਂ ਕੀਜੈ। ਕਹਿੰਦੇ ਕਿਸੇ ਦੇ ਨਾਲ ਵੀ ਵਾਦ ਵਿਵਾਦ ਨਾ ਕਰੋ। ਸਧਾਰਨ ਮਨੁੱਖ ਨੂੰ ਉਪਦੇਸ਼, ਤੇ ਪੜ੍ਹਨ ਵਾਲੇ ਨੂੰ ਤਾਂ ਹੋਰ ਸਮਝ ਚਾਹੀਦੀ ਹੈ, ਉਹਨੂੰ ਤਾਂ ਇਹ ਹੋਰ ਗਿਆਨ ਹੋਣਾ ਚਾਹੀਦਾ ਜੋ ਧਾਰਮਿਕ ਗ੍ਰੰਥਾਂ ਦੇ ਵਿੱਚ ਅੰਕਿਤ ਕੀਤਾ ਗਿਆ। ਪਰ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ, ਪੜ੍ਹ ਪੜ੍ਹ ਪੰਡਤ ਵਾਦ ਬਖਾਣ ਦੇ। ਕਹਿੰਦੇ ਮਾਇਆ ਮੋਹ ਸੁਆਏ। ਪ੍ਰਯੋਜਨ ਕੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨਾ ਕੇਵਲ ਮਾਇਆ, ਮਾਨ ਸਨਮਾਨ, ਪ੍ਰਸਿੱਧੀ ਤੇ ਮਸ਼ਹੂਰੀ, ਆਪਣੀ ਹੀ ਵਡਿਆਈ ਸੁਣ ਕੇ ਖੁਸ਼ ਹੋਣਾ, ਜਿਹਦੇ ਕਰਕੇ ਵਡਿਆਈ ਹੈ। ਧਾਰਮਿਕ ਵਿਦਿਆ ਕਰਕੇ, ਕਥਾ ਕੀਰਤਨ ਕਰਕੇ, ਜਿਸ ਪਰਮਾਤਮਾ ਨੇ ਇਹ ਬੁੱਧੀ ਤੇ ਇਹ ਸਰੀਰ ਦਿਲ ਦਿਮਾਗ ਦਿੱਤਾ, ਉਸ ਬਾਰੇ ਕੋਈ ਖਿਆਲ ਨਹੀਂ। ਜਿੰਨਾ ਵੀ ਮਾਨ ਸਨਮਾਨ ਮਿਲਿਆ ਉਸ ਨੂੰ ਆਪਣੇ ਨਾਲ ਜੋੜਿਆ ਤੇ ਆਪਣੇ ਆਪ ਨੂੰ ਗੰਧਰਵ ਬਣ ਬੈਠਾ, ਆਪਣੇ ਆਪ ਨੂੰ ਬੁੱਧੀਵਾਨ ਵਿਦਵਾਨ ਬਣ ਬੈਠਾ। ਤੇ ਮੋਹ ਦੀਆਂ ਜੋ ਜੰਜੀਰਾਂ ਜੋ ਧਾਰਮਿਕ ਵਿਦਿਆ ਨੇ ਕੱਟਣੀਆਂ ਸੀ, ਉਹਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ, ਉਹਨਾਂ ਗੰਢਾਂ ਨੂੰ ਹੋਰ ਪੱਕਾ ਕਰ ਦਿੱਤਾ। ਧਾਰਮਿਕ ਗ੍ਰੰਥ ਰੱਬੀ ਗੁਰਬਾਣੀ ਤਾਂ ਮੋਹ ਦੀਆਂ ਗੰਢਾਂ ਨੂੰ ਖੋਲ੍ਹਦੀ ਆ, ਜੰਜੀਰਾਂ ਨੂੰ ਕੱਟਦੀ ਆ। ਜਿਸ ਤਰ੍ਹਾਂ ਨਾਮਦੇਵ ਜੀ ਕਹਿੰਦੇ, ਮਨ ਮੇਰੋ ਗਜ ਜਿਹਵਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੇ ਫਾਸੀ।
ਇਹ ਬੰਧਨ ਗੁਰਬਾਣੀ ਨੇ ਦੱਸੇ। ਜੀਵ ਨੇ ਸਿਮਰਨ ਅਭਿਆਸ ਕਮਾਈ ਸੁਰਤੀ ਬਿਰਤੀ ਦੇ ਨਾਲ ਉਹਨੂੰ ਕੱਟਣਾ ਸੀ ਤੇ ਮੁਕਤ ਹੋਣਾ ਸੀ। ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਪੜ ਪੜ ਪੰਡਤ ਬਾਦ ਬਖਾਨ ਦੇ, ਮਾਇਆ ਮੋਹ ਸੁਆਏ। ਦੂਜੇ ਭਾਏ ਨਾਮ ਵਸਾਰਿਆ, ਦੂਈ ਦਵੈਸ਼ ਦੇ ਵਿੱਚ ਗਲਤਾਨ ਹੋ ਕੇ ਪਰਮਾਤਮਾ ਨੂੰ ਭੁੱਲ ਗਿਆ, ਪਰਮੇਸ਼ਰ ਨੂੰ ਭੁੱਲ ਗਿਆ। ਆਪੇ ਰੱਬ ਬਣ ਬੈਠਾ। ਚਾਰਕ ਅੱਖਰ ਪੜ੍ਹ ਕੇ ਤੇ ਵੱਡਾ ਧਨੰਤਰ ਵੈਦ ਬਣ ਗਿਆ ਤੇ ਵਿਦਵਾਨ ਬਣ ਗਿਆ। ਦੁਨੀਆ ਦੀ ਵਾਹ ਵਾਹ ਸੁਣ ਕੇ ਤੇ ਬਹੁਤ ਆਪਣੇ ਆਪ ਨੂੰ ਵੱਡਾ ਗਿਆਨਵਾਨ ਸਮਝ ਲਿਆ ਤੇ ਕਰਤੇ ਨੂੰ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਦੂਜੈ ਭਾਏ ਨਾਮ ਵਿਸਾਰਿਆ, ਮਨ ਮੂਰਖ ਮਿਲੈ ਸਜਾਏ। ਉਸ ਮੂਰਖ ਮਨ ਨੂੰ, ਉਸ ਮੂਰਖ ਜੀਵ ਨੂੰ ਰੱਬੀ ਦਰਗਾਹ ਦੇ ਵਿੱਚ ਵੱਡੀ ਸਜ਼ਾ ਮਿਲੇਗੀ ਹਉਮੈ ਕਾਰਨ ਕਰਕੇ। ਪੜ੍ਹਿਆ ਹੋਇਆ ਤੇ ਅਗਿਆਨੀ ਰਿਹਾ ਸਾਰੀ ਜ਼ਿੰਦਗੀ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ। ਕਹਿੰਦੇ ਸਜ਼ਾ ਮਿਲੇਗੀ ਉਸ ਨੂੰ ਬਹੁਤ ਵੱਡੀ। ਕਹਿੰਦੇ ਕਾਰਨ, ਕਹਿੰਦੇ ਜਿਨ ਕੀਤੇ ਤਿਸੈ ਨਾ ਸੇਵਨੀ। ਜਿਸ ਨੇ ਸੰਸਾਰ ਬਣਾਇਆ, ਇਹਨੂੰ ਮਨੁੱਖ ਜਾਮਾ ਦਿੱਤਾ, ਇਹਨੂੰ ਤੀਖਣ ਬੁੱਧੀ ਦਿੱਤੀ, ਇਹਨੂੰ ਸਵਾਸ ਸਵਾਸ ਉਹ ਪ੍ਰਤਪਾਲਣਾ ਕਰ ਰਿਹਾ, ਉਹਦੀ ਜੋਤ ਇਹਦੇ ਅੰਦਰ ਹੈ, ਉਹਦੇ ਨਾਂ 'ਤੇ ਗ੍ਰੰਥ ਹੈ। ਇਸ ਕਰਕੇ ਉਹਨਾਂ ਗ੍ਰੰਥਾਂ ਦਾ ਪਰਮਾਤਮਾ ਦੀ ਸ਼ਕਤੀ ਕਰਕੇ ਇਸ ਨੇ ਅਧਿਐਨ ਕੀਤਾ, ਉਹਨੂੰ ਹੀ ਭੁੱਲ ਗਿਆ। ਐਡਾ ਵੱਡਾ ਇਹ ਅਕਿਰਤ ਘਨ ਤੇ ਇਹਨੂੰ ਕੀਤੇ ਹੋਏ ਪਰ ਉਪਕਾਰ ਤੇ ਅਹਿਸਾਨ ਜੋ ਪਰਮੇਸ਼ਰ ਨੇ ਇਸ ਜੀਵ ਤੇ ਕੀਤੇ ਕੋਈ ਯਾਦ ਵੀ ਨਹੀਂ, ਇੱਕ ਵੀ ਨਹੀਂ। 10 ਵਾਤੂਲੇ ਪਾਛੈ ਪਾਵੈ, ਏਕ ਵਾਤ ਕਾਰਨ ਵਖੋਟ ਗਵਾਵੈ। ਏਕ ਪੀ ਨਾ ਦੇ 10 ਪੀ ਹਿਰ ਲੈ, ਤੋ ਮੂੜਾ ਕਹੋ ਕਹਾ ਕਰੇ। ਕੀ ਕਰੂਗਾ ਇਹ? ਜਿਨ ਕੀਤੇ ਤਿਸੈ ਨਾ ਸੇਵਨੀ, ਤੇਦਾ ਰਿਜਕ ਸਮਾਏ। ਜਿਹੜਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦਾ ਤੋਟ ਨਾ ਆਵੇ, ਗਣਤ ਭਰੇ ਭੰਡਾਰ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜਗੰਤਰ ਖਾਹੀ ਖਾਏ। ਕਹਿੰਦੇ ਉਸ ਰਿਜਕ ਦੇ ਦਾਤੇ ਪਰਮਾਤਮਾ ਦਾ ਸਿਮਰਨ ਹੀ ਨਹੀਂ, ਪਰਮੇਸ਼ਰ ਦਾ ਪਤਾ ਹੀ ਨਹੀਂ ਉਹ ਕੌਣ ਹੈ। ਇਹ ਤਾਂ ਮੈਂ ਮਿਹਨਤ ਕੀਤੀ, ਮੈਂ ਪੜ੍ਹਾਈ ਕੀਤੀ, ਮੈਂ ਨੌਕਰੀ ਕੀਤੀ, ਮੈਂ ਦਿਨ ਰਾਤ ਇੱਕ ਕਰਕੇ ਬੜਾ ਸਖਤ ਕੰਮ ਕੀਤਾ ਤਾਂ ਮੈਂ ਬਣਾਇਆ। ਮੇਰੇ ਤਾਂ ਸੁਣਨ ਦੇ ਵਿੱਚ ਆਇਆ ਨਹੀਂ, ਤੁਹਾਡਾ ਪਤਾ ਨਹੀਂ। ਵੀ ਕਿਤੇ ਜਾਈਏ ਤਾਂ ਉਹ ਕਹਿਣ ਰੱਬ ਨੇ ਜਿੱਥੇ ਸਰੀਰ ਰੂਪੀ ਕੋਠਾ ਦਿੱਤਾ ਤੇ ਆ ਰਹਿਣ ਨੂੰ ਵੀ ਕੋਠਾ ਦਿੱਤਾ। ਜਿਹਦੇ ਅੰਦਰ ਇਹ ਗੱਲ ਹੋਵੇ, ਇਹ ਨਿਕਲੇ। ਹਾਂ, ਮੈਂ ਦਾ ਸਿਮਰਨ ਜ਼ਰੂਰ ਸੁਣਿਆ ਜਾ ਰਿਹਾ। ਹਰ ਇੱਕ ਬੱਚੇ ਤੋਂ ਜਿਸ ਦੇ ਕੋਲ ਮਰਜ਼ੀ ਚਲ ਜਾਓ, ਉਹ ਆਪਣੀ ਕਹਾਣੀ ਪੂਰੀ ਸੁਣਾਵੇਗਾ, ਰੱਬ ਦੀ ਕਹਾਣੀ ਵੀ ਸੁਣਾਵੇਗਾ ਤੇ ਉਹਦੇ ਪਿੱਛੇ ਉਹਦਾ ਆਪਣਾ ਹੀ ਨਾਮ ਹੋਵੇਗਾ। ਰੱਬ ਤਾਂ ਐਵੇਂ ਵਾਧੂਆਂ ਦੇ ਵਿੱਚ ਨਾਂ ਲੈ ਲੈਂਦੇ ਵੀ ਇਹ ਕਹੇ ਨਾ ਵੀ ਰੱਬ ਦਾ ਨਾਂ ਨਹੀਂ ਲਿਆ। ਰੱਬ ਦੇ ਨਾਂ 'ਚ ਵੀ ਉਸਦਾ ਆਪਣਾ ਹੀ ਨਾਂ ਝਲਕ ਰਿਹਾ ਹੁੰਦਾ। ਇਹ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਬਚਨ, ਜਿਨ ਕੀਤੇ ਤਿਸੈ ਨਾ ਸੇਵਨੀ, ਦੇਦਾ ਰਿਜਕ ਸਮਾਏ। ਜੋ ਸਾਰਿਆਂ ਨੂੰ ਰਿਜਕ ਦੇ ਰਿਹਾ, ਕਹਿੰਦੇ ਧਿਆਨ ਰੱਖੀ ਤੇ ਪਰਮਾਤਮਾ ਨੂੰ ਵਿਸਾਰ ਕੇ ਜੀ ਰਿਹਾ ਨਾ, ਕੋਈ ਕੋਸ਼ਿਸ਼ ਨਹੀਂ ਰੱਬ ਨੂੰ ਮਿਲਣ ਦੀ। ਤੇ ਇਹ ਪੱਕੇ ਤੌਰ 'ਤੇ ਆਪਣੇ ਮਨ 'ਚ ਇਹ ਗੱਲ ਬੈਠਾ ਲਈ ਮਹਾਰਾਜ ਜੀ। ਕਿਹੜੀ? ਕਹਿੰਦੇ ਜਮ ਕਾ ਪਾਹਾ ਗਲੋਂ ਨਾ ਕੱਟੀ ਹੈ। ਕਹਿੰਦੇ ਗਲ ਭਾਵੇਂ ਜਿਹੜੀ ਮਰਜ਼ੀ ਜੂਨ ਦਾ ਹੋਵੇ, 84 ਲੱਖ ਜੂਨਾਂ 'ਚੋਂ ਕੋਈ ਵੀ ਜੂਨ ਹੋਵੇ, ਜੰਮ ਨੇ ਤੇਰੇ ਗਲ 'ਚ ਫਾਹੀ ਪਾ ਕੇ ਰੱਖਣੀ ਆ, ਉਹ ਕੱਟ ਨਹੀਂ ਹੋਣੀ। ਕਿਉਂਕਿ ਉਹ ਕੱਟ ਹੋਣੀ ਸੀ ਸਿਮਰਨ ਅਭਿਆਸ ਕਮਾਈ ਕਰਕੇ, ਪਰਮਾਤਮਾ ਨੂੰ ਜਾਣਨ ਕਰਕੇ। ਉਹ ਤੋਂ ਬਗੈਰ ਉਹ ਫਾਹੀ ਕੱਟੀ ਹੀ ਨਹੀਂ ਜਾ ਸਕਦੀ। ਫਿਰ ਆਵ ਹੈ ਜਾਏ, ਮੁੜ ਮੁੜ ਕੇ ਹਰ ਜੂਨ ਦੇ ਵਿੱਚ ਤੂੰ ਚੱਕਰ ਕੱਢੇਗਾ।
ਹਾਂ, ਜਿਨ ਕੋ ਪੂਰਬ ਲਿਖਿਆ। ਪੂਰਬ ਦਾ ਮਤਲਬ ਹੁੰਦਾ ਜਿਹੜਾ ਸਮਾਂ ਨਿਕਲਿਆ ਅਤੀਤ, ਅਤੀਤ ਨੂੰ ਸੰਭਾਲਿਆ, ਵਰਤਮਾਨ ਨੂੰ ਸੰਭਾਲਿਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਵਧਾਨੀ ਵਰਤੀ, ਸਤਿਗੁਰ ਮਿਲਿਆ ਤੇ ਨਿਆਏ। ਰੇ ਨਰ ਅਚੇਤ ਪਾਪ ਤੇ ਡਰ ਰੇ। ਕਿਤੇ ਐਸਾ ਸਮਾਂ ਮੇਰੀ ਜ਼ਿੰਦਗੀ 'ਚ ਨਾ ਆ ਜਾਏ ਜੋ ਪਰਮਾਤਮਾ ਦੀ ਯਾਦ ਤੋਂ ਬਗੈਰ ਨਿਸਫਲ ਚਲੇ ਜਾਵੇ। ਐਸਾ ਡਰ ਭੈ ਅੰਦਰ ਬਣਿਆ ਰਹੇ। ਅਨ ਦਿਨ ਨਾਮ ਧਿਆਏ ਦੇ, ਨਾਨਕ ਸੱਚ ਸਮਾਏ। ਜਿਹੜੇ ਦਿਨ ਰਾਤ ਹਰ ਵਕਤ ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ ਵਾਲੀ ਅਵਸਥਾ, ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਹੀ ਰੂਪ ਹੁੰਦੇ। ਉਹ ਦੇਖਣ ਵਾਸਤੇ ਜਿਸ ਤਰ੍ਹਾਂ ਜਲ ਤੇ ਤਰੰਗ ਅਲੱਗ-ਅਲੱਗ ਹੈ, ਪਾਣੀ ਤੇ ਪਾਣੀ ਦਾ ਬੁਲਬੁਲਾ ਉਹ ਅਲੱਗ-ਅਲੱਗ ਦੇਖਣ ਨੂੰ ਪ੍ਰਤੀਤ ਹੁੰਦਾ ਹੈ, ਉਹ ਇੱਕੋ ਹੀ ਹੈ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ। ਹਰ ਕਾ ਸੇਵਕ ਹਰ ਹੀ ਜਿਹਾ। ਮਹੱਲਾ ਤੀਜਾ। ਅਗਲੇ ਸ਼ਲੋਕ 'ਚ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਕਿਰਪਾ। ਹੁਣ ਪਹਿਲੇ ਸ਼ਲੋਕ 'ਚ ਤਾਂ ਸੰਸਾਰ ਦੀ ਬਹੁ ਗਿਣਤੀ ਉਹਨਾਂ ਮਨ ਦੇ ਪਿੱਛੇ ਲੱਗ ਕੇ ਜੋ ਜ਼ਿੰਦਗੀ ਦਾ ਬੇਕੀਮਤੀ ਸਮਾਂ ਬਰਬਾਦ ਕਰ ਰਹੇ ਆ, ਔਰ ਮੰਨਣ ਵਾਸਤੇ ਵੀ ਰਾਜੀ ਨਹੀਂ ਵੀ ਜਿਸ ਸਵਾਸ 'ਚ ਪਰਮਾਤਮਾ ਦਾ ਸਿਮਰਨ ਹੀ ਵਿਅਰਥ ਚਲ ਗਿਆ। ਜਿਹੜੀ ਘੜੀ ਪਲ ਪਰਮਾਤਮਾ ਤੋਂ ਮੈਂ ਦੂਰ ਹੋ ਗਿਆ, ਉਹਦੀ ਕੀਮਤ ਕੋਈ ਨਹੀਂ ਪੈਣੀ। ਮੰਨਣ ਵਾਸਤੇ ਵੀ ਰਾਜੀ ਨਹੀਂ। ਤੇ ਜਿਨ੍ਹਾਂ ਨੇ ਸਮੇਂ ਨੂੰ ਸੰਭਾਲਿਆ। ਮਹੱਲਾ ਤੀਜਾ। ਸੱਚ ਵਣਜ ਹੈ ਸੱਚ ਸੇਵਦੇ, ਜੇ ਗੁਰਮੁਖ ਪੈਰੀ ਪਾਹੇ। ਕਹਿੰਦੇ ਜੋ ਸਤਿਗੁਰਾਂ ਦੇ ਚਰਨਾਂ 'ਚੋਂ ਮੰਗਦੇ ਹੀ ਇਹ ਹੈ ਵੀ ਜੇ ਤੂੰ ਤੁੱਠਾ ਕਿਰਪਾ ਨਿਧਾਨ। ਹਰਨਾਕਸ਼ ਨੇ ਤਾਂ ਸਾਹਮਣੇ ਖੜਾ ਕਰਕੇ ਫਿਰ ਭੁੱਲ ਗਿਆ, ਮੰਗਣ ਲੱਗਾ। ਸਾਨੂੰ ਪਤਾ ਨਹੀਂ ਰੱਬ ਦਾ ਕੋਈ ਵੀ, ਪਰ ਦੇਖਾ ਦੇਖੀ ਤੇ ਮੰਗਣਾ ਅਸੀਂ ਰੱਬ ਦੇ ਕੋਲੋਂ ਸੰਸਾਰ ਨੂੰ ਹੀ ਆ। ਮੰਗਿਓ ਵੀ ਨਾ ਰੱਬ ਨੂੰ। ਜੇ ਰੱਬ ਨੂੰ ਮੰਗ ਲਿਆ ਤਾਂ ਪਹਿਲਾਂ ਤੇਰੀ ਮੌਤ ਹੈ। ਪਹਿਲਾਂ ਇਹ ਮਮਤਾ ਹੰਗਤਾ ਹੰਕਾਰ ਦੀ ਮੌਤ ਹੈ। ਤੇਰੀ ਪਹਿਚਾਨ ਖਤਮ ਹੋ ਜਾਣੀ ਹੈ, ਫਿਰ ਪਰਮਾਤਮਾ ਦੀ ਪਹਿਚਾਨ ਬਣਨੀ ਹੈ, ਵਰਨਾ ਨਹੀਂ। ਇਸ ਕਰਕੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਇਹ ਗੱਲਾਂ ਕਰਕੇ ਕੋਈ ਸਿੱਖ ਨਹੀਂ ਬਣ ਸਕਦਾ, ਭਗਤ ਨਹੀਂ ਬਣ ਸਕਦਾ, ਬ੍ਰਹਮ ਗਿਆਨੀ ਨਹੀਂ ਬਣ ਸਕਦਾ, ਕੋਈ ਰੱਬ ਨੂੰ ਨਹੀਂ ਮਿਲ ਸਕਦਾ। ਕੋਈ ਗੱਲਾਂ ਉੱਪਰ ਤਪਾਪਸ ਨਾ ਹੋਵੇ। ਬਿਸ ਖਾਧੀ ਤਤਕਾਲ ਮਰ ਜਾਏ। ਜ਼ਹਿਰ ਖਾਣ ਦੀ ਤੇ ਆਤਮ ਦਾਹ ਦੀ ਗੱਲ ਭਾਵੇਂ ਮਾਲਾ ਸਾਰੀ ਜ਼ਿੰਦਗੀ ਫੇਰਦਾ ਰਹੇ, ਪਰ ਜਦੋਂ ਹਕੀਕਤ ਹੋਵੇ ਤੇ ਜ਼ਹਿਰ ਜੀਵ ਤੇ ਰੱਖ ਨਹੀਂ ਹੋਈ ਤਾਂ ਮੌਤ ਹੋਈ ਨਹੀਂ। ਉਹ ਗੱਲ ਦੀ ਵੀ ਜ਼ਰੂਰਤ ਨਹੀਂ। ਇਸੇ ਤਰ੍ਹਾਂ ਗੱਲਾਂ ਬਾਤਾਂ ਜਿੰਨੀਆਂ ਮਰਜ਼ੀ ਹੋਣ, ਜਦੋਂ ਇਹ ਤਿਆਰ ਹੋਵੇ ਰੱਬ ਦੇ ਨਾਲ ਗਲਵਕੜੀ ਪਾਉਣ ਵਾਸਤੇ, ਫਿਰ ਸ਼ਬਦੇ ਖਤਮ ਹੋ ਜਾਂਦੇ ਆ। ਸਮਰਪਣ ਭਾਵ। ਸੱਚ ਬਣ ਜਾਏ ਸੱਚ ਸੇਵਦੇ। ਗੁਰੂ ਦੇ ਚਰਨਾਂ 'ਚ ਪ੍ਰਾਪਤੀ ਕੀ ਹੋਈ? ਸੱਚ ਦਾ ਹੀ ਸਿਮਰਨ ਤੇ ਸੱਚ ਦਾ ਹੀ ਵਪਾਰ। ਸੱਚ ਖਾਣਾ, ਸੱਚ ਪਹਿਨਣਾ, ਸਭ ਕੁਝ ਹੀ ਨਾਮ ਹੋ ਜਾਵੇਗਾ। ਸੱਚ ਬਣ ਜਾਏ ਸੱਚ ਸੇਵਦੇ, ਪਰ ਛਤ ਜੇ ਗੁਰਮੁਖ ਪੈਰੀ ਪਾਏ। ਨਾਨਕ ਗੁਰ ਕੈ ਭਾਣੈ ਜੇ ਚੱਲਹਿ, ਸਹਿਜੇ ਸੱਚ ਸਮਾਏ। ਕੁਝ ਕਰਨ ਦੀ ਜ਼ਰੂਰਤ ਨਹੀਂ। ਇਹ ਤੂੰ ਕੁਝ ਕਰ ਰਿਹਾ ਤਾਂ ਤੂੰ ਰੱਬ ਤੋਂ ਵਿਛੜ ਗਿਆ। ਜੋ ਕੁਛ ਕਰਦਾ ਸਭ ਕੁਝ ਛੱਡ ਦੇ। ਜਦੋਂ ਤੂੰ ਟਿਕ ਜਾਊਂਗਾ, ਅਕਰਤਾ ਭਾਵ ਆ ਜਾਊਗਾ, ਫਿਰ ਕਰਤੇ ਦੇ ਦਰਸ਼ਨ ਹੋ ਜਾਣਗੇ। ਹੁਣ ਕਰਤਾ ਹੀ ਤੂੰ ਬਣ ਬੈਠਾ। ਰੱਬ ਦੀ ਕੁਰਸੀ ਤੂੰ ਸੰਭਾਲ ਲਈ ਵੀ ਮੈਂ ਹੀ ਸਭ ਕੁਝ ਕਰ ਰਿਹਾ, ਤੇ ਇਸ ਕਰਕੇ ਰੱਬ ਨਹੀਂ ਮਿਲ ਰਿਹਾ। ਰੱਬ ਮਿਲ ਜਾਵੇਗਾ, ਤੂੰ ਕਰਤਾ ਭਾਵ ਛੱਡ ਦੇ। ਤੇਰੇ ਹੱਥ ਵੱਸ ਹੈ ਵੀ ਕੁਛ ਨਹੀਂ। ਤੂੰ ਭੁਲੇਖੇ ਦੇ ਵਿੱਚ ਆ, ਅਗਿਆਨਤਾ ਦੇ ਵਿੱਚ ਆ। ਇਹ ਤੇਰੀ ਵੱਡੀ ਭੁੱਲ ਹੈ, ਇਹ ਵੱਡੀ ਅਵਿਦਿਆ, ਵੱਡਾ ਪੜਦਾ।
ਵੱਡਾ ਹਨੇਰਾ ਹੈ ਜਿਹੜਾ ਤੂੰ ਸਭ ਕੁਝ ਬਣ ਕੇ ਬੈਠਾ, ਤੇਰੇ ਹੱਥ ਵਸ ਕੁਛ ਵੀ ਨਹੀਂ ਹੈ। ਇਹ ਤਾਂ ਪ੍ਰਭ ਡੋਰੀ ਹਾਥ ਤੁਮਾਰਾ ਹੈ। ਇਹ ਤਾਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੱਥ ਵਿੱਚ ਹੈ ਸਭ ਕੁਝ। ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ। ਆਸਾ ਵਿੱਚ ਅਤ ਦੁੱਖ ਕਣਾ। ਹੁਣ ਸਵਾਸਾਂ ਤੋਂ ਦੂਜੇ ਨੰਬਰ ਤੇ ਸਾਡਾ ਆਸਰਾ ਹੀ ਆਸਾਂ ਆ, ਕਾਮਨਾ ਆ। ਜਿਹੜੇ ਕੰਮ ਹੋ ਗਏ ਉਹਨੂੰ ਪਿੱਛੇ ਕਰੋ, ਹੁਣ ਆ ਹੋ ਜਾਣਾ। ਜੋ ਮਿਲ ਗਿਆ ਇਹ ਹੁਣ ਪਿੱਛੇ ਕਰ ਦਿਓ ਪਿੱਠ ਦੇ, ਹੁਣ ਹੋਰ ਲੈ ਲਈਏ। ਆਸਾ ਨੂੰ ਖਤਮ ਕਰਨ ਵਾਸਤੇ ਆਇਆ। ਇਹਦੇ ਕਰਕੇ ਜੰਮਣ ਮਰਨ ਬਣਿਆ ਹੋਇਆ ਸੀ। ਮਨੁੱਖ ਜਾਮਾ ਪ੍ਰਾਪਤ ਕਰਕੇ ਸਾਰੀਆਂ ਜੂਨਾਂ ਤੋਂ ਵੱਧ ਆਸਾ ਰੱਖ ਕੇ ਇਹ ਮਨੁੱਖ ਜੀ ਰਿਹਾ, ਸਾਰਿਆਂ ਤੋਂ ਵੱਧ। ਮਨੁੱਖ ਨੂੰ ਛੱਡ ਕੇ ਹਾਥੀ ਹੈ, ਘੋੜਾ ਹੈ, ਹਿਰਨ ਹੈ, ਉਹਨਾਂ ਨੂੰ ਪਤਾ ਵੀ ਬਸ ਖਾਣ ਨੂੰ ਪੱਠੇ ਤੇ ਘਾਹ ਮਿਲਣਾ, ਹੋਰ ਤਾਂ ਕੋਈ ਲੋੜ ਹੀ ਨਹੀਂ। ਨਾ ਮੈਨੂੰ ਸੋਨੇ ਦੀ ਲੋੜ, ਨਾ ਚਾਂਦੀ ਦੀ ਲੋੜ, ਨਾ ਮੇਰੀਆਂ ਬੈਂਕਾਂ, ਨਾ ਮੇਰੇ ਪੱਠੇ ਜਮ੍ਹਾਂ ਹੋਣੇ, ਤੇ ਨਾ ਮੇਰੀ ਖੁਰਾਕ ਜਮ੍ਹਾਂ ਹੋਣੀ। ਮੈਂ ਕੁਛ ਖੁਰਾਕ ਜਮ੍ਹਾਂ ਕਰ ਹੀ ਨਹੀਂ ਸਕਦਾ। ਫਿਰ ਵਾਕਿਆ ਹੀ ਵੱਧ ਆਸਾ ਰੱਖ ਕੇ ਮਨੁੱਖ ਜੀ ਰਿਹਾ ਨਾ। ਸਾਰੀਆਂ ਜੂਨਾਂ ਤੋਂ ਵੱਡੀ ਭੁੱਖ ਦਿਖਾ ਰਿਹਾ ਨਾ ਮਨੁੱਖ। ਇਹ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਹੈ। ਕਹਿੰਦੇ ਆਸਾ ਵਿੱਚ ਅਤ ਦੁੱਖ ਕਣਾ, ਮਨਮੁਖ ਚਿੱਤ ਲਾਇਆ। ਪਰ ਇਸ ਮਨਮੁਖ ਨੇ ਚਿੱਤ ਲਾ ਲਿਆ ਆਸਾਂ ਦੇ ਵਿੱਚ। ਜੋ ਕੁਝ ਕੰਮ ਹੋ ਰਿਹਾ ਬਸ ਹੋਰ ਹੋ ਜਾਏ, ਹੋਰ ਹੋ ਜਾਏ, ਹੋਰ ਹੋ ਜਾਏ। ਮਹਾਰਾਜ ਜੀ ਆਹ ਕੁਝ ਹੋ ਗਿਆ, ਹੁਣ ਆਹ ਵੀ ਕਿਰਪਾ ਕਰ ਦਿਓ, ਆਹ ਵੀ ਕਿਰਪਾ ਕਰ ਦਿਓ। ਜਦੋਂ ਵੱਡੀ ਕਿਰਪਾ ਮੌਤ ਦੀ, ਫਿਰ ਕੰਬਣ ਲੱਗ ਪੈਂਦਾ। ਮਹਾਰਾਜ ਜੀ ਮੌਤ ਤੋਂ ਬਚਾ ਲਓ। ਮੌਤ ਤੋਂ ਬੜਾ ਡਰ ਲੱਗਦਾ, ਕਿਤੇ ਮੇਰੀ ਮੌਤ ਨਾ ਹੋ ਜਾਵੇ। ਆਸਾ ਵਿੱਚ ਅਤ ਦੁੱਖ ਕਣਾ, ਪਰ ਮਨਮੁਖ ਚਿਤ ਲਾਇਆ। ਕਹਿੰਦੇ ਗੁਰਮੁਖ ਭਏ ਨਿਰਾਸ, ਪਰਮ ਸੁਖ ਪਾਇਆ। ਕਾਹੂ ਫਲ ਕੀ ਇੱਛਾ ਨਹੀਂ ਵਾਸੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਕਹਿੰਦੇ ਕੁਝ ਨਹੀਂ ਚਾਹੀਦਾ, ਬਸ ਸੁਨ ਸਮਾਦ ਅਨਹਤ ਤੈਨਾਦ, ਕਹਿਨ ਨਾ ਜਾਈ ਅਚਰਜ ਬਿਸਮਾਦ। ਗੁਰਮੁਖ ਭਏ ਨਿਰਾਸ, ਸੰਸਾਰ ਵੱਲੋਂ ਪੂਰਨ ਤੌਰ ਤੇ ਉਪਰਾਮਤਾ, ਉੱਥੇ ਪਰਮ ਸੁਖ ਕੁਛ ਵੀ ਨਹੀਂ ਚਾਹੀਦਾ। ਕਾਹੂ ਫਲ ਕੀ ਇੱਛਾ ਨਹੀਂ ਵਾਸੈ। ਫਿਰ ਰੱਬ ਦੀ ਇੱਛਾ ਆਪੇ ਆ ਗਈ। ਵਿੱਚੇ ਗ੍ਰਹਿ ਉਦਾਸ ਅਲੇਵਤ ਲਿਵ ਲਾਇਆ। ਸਾਡੇ ਵਾਂਗੂ ਸਰੀਰ ਵੀ ਸੰਸਾਰ ਦੇ ਵਿੱਚ ਵੀ, ਪਰਿਵਾਰ ਦੇ ਵਿੱਚ ਵੀ, ਦਸਾਂ ਨੋਹਾਂ ਦੀ ਕਿਰਤ ਵੀ ਕਰਦਾ, ਤੁਰਿਆ ਵੀ ਫਿਰਦਾ, ਪਰ ਅਲਿਪਤ ਹੈ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਕਿਉਂਕਿ ਬਿਰਤੀ ਜੁੜੀ ਹੈ ਪਰਮਾਤਮਾ ਦੇ ਨਾਲ। ਉਹਨਾਂ ਸੋਗ ਵਿਜੋਗ ਨਾ ਵਿਆਪੇ, ਹਰ ਭਾਣਾ ਭਾਇਆ। ਉਹਨਾਂ ਨੂੰ ਮਿਲਣ ਤੇ ਵਿਛੜਨ ਦਾ ਕੋਈ ਦੁੱਖ ਨਹੀਂ। ਸਰੀਰ ਮਿਲਿਆ, ਸਰੀਰ ਜਾ ਰਿਹਾ। ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਕੀ ਹੋਇਆ ਜੇ ਮੌਤ? ਕਹਿੰਦੇ ਮੌਤ ਨੇ ਆਉਣਾ ਹੀ ਆ, ਇਹ ਅਟਲ ਹੁਕਮ ਹੈ, ਇਹ ਅਟਲ ਸਚਾਈ ਹੈ, ਇਹਦਾ ਦੁੱਖ ਕਾਹਦਾ। ਉਹਨਾਂ ਸੋਗ ਵਿਜੋਗ ਨਾ ਵਿਆਪੇ, ਹਰ ਭਾਣਾ ਭਾਇਆ। ਉਹਨੇ ਜੰਮਣ ਅਤੇ ਮਰਨ ਵੱਡਾ ਜੋ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ, ਉਸ ਨੂੰ ਸਵੀਕਾਰ ਕਰ ਲਿਆ। ਉਹਨਾਂ ਨੂੰ ਚੰਗਾ ਲੱਗਦਾ ਇਹ ਅਕਾਲ ਪੁਰਖ ਪਰਮੇਸ਼ਰ ਜੋ ਤੁਧ ਭਾਵੈ, ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਨਾਨਕ ਹਰ ਸੇਤੀ ਸਦਾ ਰਵ ਰਹੇ, ਧੁਰ ਲਏ ਮਲਾਇਆ। ਜਿਹੜੇ ਸਦਾ ਹੀ ਨਾਮ ਦੇ ਵਿੱਚ ਰੰਗੇ ਤੇ ਗੁਰੂ ਦੇ ਚਰਨਾਂ 'ਚ ਕਥਾ ਕੀਰਤਨ ਦੇ ਨਾਲ ਜੁੜੇ ਰਹਿਣਗੇ, ਅਰਦਾਸਾਂ ਬੇਨਤੀਆਂ ਕਰਦੇ ਰਹਿਣਗੇ, ਪਰਮਾਤਮਾ ਦੀ ਟੋਲ ਦੇ ਵਿੱਚ ਤੜਫਦੇ ਰਹਿਣਗੇ। ਕਹਿੰਦੇ ਫਿਰ ਇੱਕ ਦਿਨ ਪੂਰਨ ਤੌਰ ਤੇ ਇਸ ਦਾ ਮਿਲਾਪ ਹੋ ਜਾਵੇਗਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਨਾਲ। ਫਿਰ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਹੋਈਆਂ ਗਲਤੀਆਂ ਦੀ ਖਿਮਾ। ਉਹਨਾਂ ਸੋਗ ਵਿਜੋਗ ਨਾ ਵਿਆਪਈ, ਪਾਉਂਦਾ ਨਹੀਂ। ਮਿਲਣਾ ਵਿਛਣਾ ਜੰਮਣ ਮੌਤ ਕਿਸੇ ਵੀ ਪ੍ਰਕਾਰ ਦੀ ਚਿੰਤਾ ਹੀ ਨਹੀਂ, ਕਿਉਂਕਿ ਹਰ ਭਾਣਾ ਭਾਇਆ। ਪਰਮਾਤਮਾ ਦੀ ਆਗਿਆ, ਪ੍ਰਭ ਕੀ ਆਗਿਆ ਆਤਮ ਹਤਾਵੈ। ਨਾਨਕ ਹਰ ਸੇਤੀ ਸਦਾ ਰਵ ਰਹੇ, ਧੁਰ ਲਏ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।